ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਜਨ ਨਾਨਕ ਬੋਲੇ ਬ੍ਰਹਮ ਵਿਚਾਰ, ਜੋ ਸੁਣੈ ਕਮਾਵੈ ਸੋ ਉਤਰੈ ਪਾਰ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜਦ ਵੀ ਕਿਸੇ ਲੋੜਵੰਦ ਨੂੰ ਵੇਖਦੇ ਸਨ ਤਾਂ ਉਸ ਨੂੰ ਬਖਸ਼ਿਸ਼ਾਂ ਕਰ ਦਿੰਦੇ ਸਨ। ਉਹਨਾਂ ਦੀ ਇੱਕ ਛੋਟੀ ਸਪੁੱਤਰੀ ਬੀਬੀ ਭਾਨੀ ਜੀ ਉਹਨਾਂ ਦੀ ਨਿੱਤ ਸੇਵਾ ਕਰਦੇ ਸਨ। ਬਹੁਤ ਸਿਆਣੇ ਸਨ ਅਤੇ ਆਪਣੇ ਪਿਤਾ ਜੀ ਨੂੰ ਪਿਤਾ ਕਰਕੇ ਨਹੀਂ ਬਲਕਿ ਸਤਿਗੁਰੂ ਸਮਝ ਕੇ ਸੇਵਾ ਕਰਦੇ ਸਨ। ਮਾਨੋ ਬੀਬੀ ਭਾਨੀ ਜੀ ਭਾਉ ਭਗਤੀ ਦਾ ਹੀ ਸਰੂਪ ਸਨ, ਜਾਂ ਮਾਨੋ ਕੀਰਤੀ ਨੇ ਰੂਪ ਧਾਰਨ ਕਰ ਲਿਆ ਹੈ, ਜਾਂ ਪ੍ਰਤਾਪਸ਼ੀਲ ਲక్ష్ਮੀ ਨੇ ਨਿੱਜੀ ਭੇਸ ਧਾਰਨ ਕੀਤਾ ਹੋਵੇ। ਵੱਡੇ ਭਾਗਾਂ ਵਾਲੇ ਪਤੀਬ੍ਰਤਾ, ਸੁਸ਼ੀਲ ਅਤੇ ਸ੍ਰੇਸ਼ਟ ਬੁੱਧੀ ਵਾਲੇ ਸਨ। ਹੋਰ ਕਿਸੇ ਨੂੰ ਵੀ ਗੁਰੂ ਜੀ ਦੇ ਪਾਸ ਜਾਣ ਨਹੀਂ ਸੀ ਦਿੰਦੇ। ਆਪ ਸ਼ਰਧਾ ਧਾਰ ਕੇ ਸੇਵਾ ਕਮਾਉਂਦੇ ਸਨ। ਜਿਵੇਂ ਵੀ ਪਿਤਾ ਜੀ ਪ੍ਰਸੰਨ ਹੁੰਦੇ ਸਨ ਉਸ ਤਰ੍ਹਾਂ ਨਿੱਤ ਸੇਵਾ ਕਰਦੇ ਸਨ। ਪਹਿਰ ਰਾਤ ਰਹਿੰਦਿਆਂ ਇਸ਼ਨਾਨ ਕਰਦੇ ਸਨ, ਫਿਰ ਗੁਰੂ ਜੀ ਦੇ ਦਰਸ਼ਨ ਕਰਨ ਹਿੱਤ ਚਲੇ ਜਾਂਦੇ ਸਨ। ਸਦਾ ਮਨ ਵਿੱਚ ਸ਼ਰਧਾ ਧਾਰ ਕੇ ਬੰਦਨਾ ਕਰਦੇ ਸਨ ਅਤੇ ਪਿਤਾ ਜੀ ਨੂੰ ਪਰਮੇਸ਼ਰ ਰੂਪ ਜਾਣ ਕੇ ਜਿਉਂਦੇ ਸਨ। ਫਿਰ ਜਦੋਂ ਵੀ ਬੀਬੀ ਭਾਨੀ ਜੀ ਸੇਵਾ ਲਈ ਆਉਂਦੇ ਸਨ ਤਾਂ ਉਹਨਾਂ ਦੀ ਸੇਵਾ ਵੇਖ ਕੇ ਗੁਰੂ ਜੀ ਬਹੁਤ ਖੁਸ਼ ਹੁੰਦੇ ਸਨ। ਬੀਬੀ ਭਾਨੀ ਜੀ ਇੱਕ ਦਿਨ ਬਹੁਤ ਦੀਨ ਹੋ ਕੇ ਬੈਠੇ ਸਨ। ਬੇਨਤੀ ਸਹਿਤ ਗੁਰੂ ਜੀ ਨੂੰ ਕਿਹਾ, ਪਿਤਾ ਜੀ ਸਾਡੇ ਸ਼ਰੀਕ ਬਹੁਤ ਅਮੀਰ ਹਨ। ਜ਼ਿਆਦਾ ਧਨ ਹੋਣ ਕਰਕੇ ਹਿਰਦੇ ਵਿੱਚ ਹੰਕਾਰ ਕਰਦੇ ਹਨ। ਸਾਰੀਆਂ ਸ਼ਰੀਕਣਾਂ ਬੜਾ ਉੱਚਾ ਭਾਵ ਹੰਕਾਰ ਸਹਿਤ ਬੋਲਦੀਆਂ ਹਨ। ਬੜੇ ਕੀਮਤੀ ਕੱਪੜੇ ਲੈ ਕੇ ਪਹਿਨਦੀਆਂ ਹਨ ਅਤੇ ਸੋਨੇ ਦੇ ਬਹੁਤ ਗਹਿਣੇ ਪਾਉਂਦੀਆਂ ਹਨ। ਸਾਨੂੰ ਵੇਖ ਕੇ ਹਿਰਦੇ ਵਿੱਚ ਬਹੁਤ ਘਮੰਡ ਕਰਦੀਆਂ ਹਨ। ਸੁਣ ਕੇ ਅਤੇ ਆਪਣੀ ਸਪੁੱਤਰੀ ਦੇ ਮਨ ਦੀ ਗੱਲ ਜਾਣ ਕੇ ਸ਼੍ਰੀ ਸਤਿਗੁਰੂ ਜੀ ਆਪਣੇ ਸਾਹਮਣੇ ਇੱਕ ਇੱਟ ਪਈ ਵੇਖ ਕੇ ਬੋਲੇ, ਇਸ ਇੱਟ ਜਿੰਨੇ ਸੋਨੇ ਨਾਲ ਸਾਰਾ ਕੰਮ ਚੱਲ ਜਾਏਗਾ। ਕੱਪੜੇ ਗਹਿਣੇ ਸਾਰੇ ਬਣ ਜਾਣਗੇ ਕਿ ਨਹੀਂ? ਜੇ ਬਣ ਜਾਂਦੇ ਹਨ ਤਾਂ ਇਹ ਇੱਟ ਆਪਣੇ ਹੱਥ ਵਿੱਚ ਫੜੋ। ਬੀਬੀ ਭਾਨੀ ਜੀ ਬੋਲੇ, ਪਿਤਾ ਜੀ ਤੁਸੀਂ ਸਭ ਗਤੀ ਜਾਣਦੇ ਹੋ, ਸਭ ਤਰ੍ਹਾਂ ਸਮਰੱਥ ਹੋ, ਜੋ ਚਾਹੋ ਕਰ ਸਕਦੇ ਹੋ। ਇਹ ਕਹਿ ਕੇ ਜਦ ਇੱਟ ਵੱਲ ਵੇਖਿਆ ਤਾਂ ਉਹ ਸਾਰੀ ਸੋਨੇ ਵਾਂਗ ਚਮਕਣ ਲੱਗੀ। ਪਿਤਾ ਜੀ ਦੀ ਆਗਿਆ ਪਾ ਕੇ ਚੁੱਕ ਲਈ। ਗੁਰੂ ਜੀ ਨੇ ਕਿਹਾ, ਆਪ ਅਤੇ ਆਪਣੇ ਪੁੱਤਰਾਂ ਨੂੰ ਗਹਿਣੇ ਕਢਾ ਕੇ ਪਾਓ। ਗੁਰੂ ਜੀ ਕਿਰਪਾ ਧਾਰ ਕੇ ਬੋਲ ਰਹੇ ਸਨ, ਸਾਡੇ ਪਾਸੋਂ ਕੋਈ ਓਹਲਾ ਨਹੀਂ ਰੱਖਣਾ ਹੈ। ਜੋ ਵਸਤੂ ਵੀ ਤੁਹਾਡੇ ਆਰਾਮ ਵਾਸਤੇ ਜ਼ਰੂਰੀ ਹੋਵੇ ਸਾਥੋਂ ਪਹਿਲਾਂ ਹੀ ਮੰਗ ਕੇ ਲੈ ਲਿਆ ਕਰੋ। ਜਿਵੇਂ ਜਿਵੇਂ ਪਿਤਾ ਜੀ ਬੋਲਦੇ ਜਾਂਦੇ ਸਨ ਤਿਵੇਂ ਤਿਵੇਂ ਬੀਬੀ ਭਾਨੀ ਜੀ ਪਿਤਾ ਜੀ ਦੇ ਅਨੁਸਾਰ ਹੀ ਸੁੱਖਾਂ ਦਾ ਮੂਲ ਹੁੰਦੇ ਜਾਂਦੇ ਸਨ। ਦੀਨ ਰਹਿ ਕੇ ਉਹ ਬਹੁਤ ਸੇਵਾ ਕਮਾਉਂਦੇ ਸਨ। ਗੁਰੂ ਜੀ ਦੀ ਆਗਿਆ ਅਨੁਸਾਰ ਹੋ ਕੇ ਉਹਨਾਂ ਨੂੰ ਖੁਸ਼ ਰੱਖਦੇ ਸਨ। ਸ਼੍ਰੀ ਗੋਇੰਦਵਾਲ ਤੋਂ 3 ਕੋਹ ਦੂਰ ਇੱਕ ਤਲਵੰਡੀ ਨਾਮੀ ਪਿੰਡ ਸੀ। ਉੱਥੇ ਇੱਕ ਖੱਤਰੀ ਜਾਤ ਦਾ ਗੁਰੂ ਦਾ ਸਿੱਖ ਰਹਿੰਦਾ ਸੀ, ਜਿਸ ਨੂੰ ਭਾਈ ਲੰਗਾਹ ਕਹਿੰਦੇ ਸਨ। ਉਸ ਦੀ ਇੱਕ ਹੀ ਲੱਤ ਸੀ, ਇਸ ਲਈ ਲੰਗੜਾ ਕੇ ਚੱਲਦਾ ਸੀ। ਉਹ ਨਿੱਤ ਸ਼ਰਧਾ ਧਾਰ ਕੇ ਗੁਰੂ ਜੀ ਵਾਸਤੇ ਦੁੱਧ ਲਿਆਉਂਦਾ ਸੀ ਅਤੇ ਬੜਾ ਪ੍ਰੇਮ ਧਾਰਨ ਕਰਕੇ ਗੁਰੂ ਜੀ ਨੂੰ ਛਕਾਉਂਦਾ ਸੀ। ਗੁਰੂ ਜੀ ਦੀ ਸੇਵਾ ਕਰਦਿਆਂ ਬਹੁਤ ਸਮਾਂ ਬੀਤ ਗਿਆ, ਪਰ ਉਹ ਆਪਣਾ ਨੇਮ ਸਦਾ ਪਾਲਦਾ ਰਿਹਾ। ਜੇ ਭਾਰੀ ਵਰਖਾ ਵੀ ਹੁੰਦੀ ਸੀ ਤਾਂ ਵੀ ਦਹੀਂ ਲੈ ਕੇ ਆਉਂਦਾ ਸੀ ਅਤੇ ਦੇਰ ਨਹੀਂ ਸੀ ਕਰਦਾ। ਟੁੱਟੀ ਟੰਗ ਨੂੰ ਲੱਕੜ ਦੀ ਬਣੀ ਘੋੜੀ 'ਤੇ ਰੱਖਦਾ ਸੀ ਤੇ ਠੰਡ ਦੇ ਸਮੇਂ ਵੀ ਦਹੀਂ ਹੱਥ ਵਿੱਚ ਚੁੱਕ ਕੇ ਲਿਆਉਂਦਾ ਸੀ। ਇੱਕ ਦਿਨ ਦਹੀਂ ਲੈ ਕੇ ਚੱਲਿਆ। ਰਾਹ ਦੇ ਵਿੱਚ ਪਿੰਡ ਦਾ ਚੌਧਰੀ ਸਹਿ ਸੁਭਾਅ ਹੀ ਮਿਲ ਗਿਆ। ਹਾਸਾ ਮਜ਼ਾਕ ਕਰਕੇ ਉਸਨੇ ਭਾਈ ਲੰਗਾਹ ਨੂੰ ਫੜ ਲਿਆ ਅਤੇ ਲੱਕੜ ਦੀ ਘੋੜੀ ਖੋਹ ਲਈ। ਚੌਧਰੀ ਨੇ ਕਿਹਾ, ਤੂੰ ਰੋਜ਼ ਗੁਰੂ ਜੀ ਦੇ ਪਾਸ ਜਾਂਦਾ ਹੈ, ਪ੍ਰੇਮ ਧਾਰ ਕੇ ਉਹਨਾਂ ਨੂੰ ਸਦਾ ਦਹੀਂ ਛਕਾਉਂਦਾ ਹੈ।
ਤੇਰੀ ਲੰਗੜੀ ਲੱਤ ਤਾਂ ਹਲੇ ਤੱਕ ਉਹਨਾਂ ਨੇ ਸਾਬਤ ਨਹੀਂ ਕੀਤੀ। ਤੇਰੀ ਸਾਰੀ ਮਿਹਨਤ ਵਿਅਰਥ ਜਾ ਰਹੀ ਹੈ। ਤੂੰ ਲੱਤ ਲੰਘਾਉਂਦਾ ਆਉਂਦਾ ਜਾਂਦਾ ਹੈ, ਬਹੁਤ ਦੁੱਖ ਪਾ ਕੇ ਸਵੇਰ ਵੇਲੇ ਪਹੁੰਚਦਾ ਹੈ। ਤੇਰਾ ਇਹ ਦੁੱਖ ਤਾਂ ਉਹਨਾਂ ਨੇ ਹਾਲੇ ਤੱਕ ਦੂਰ ਨਹੀਂ ਕੀਤਾ। ਬੜਾ ਅਚਰਜ ਹੈ ਕਿ ਤੇਰੇ ਵੱਲ ਉਹਨਾਂ ਨੇ ਜ਼ਰਾ ਵੀ ਧਿਆਨ ਨਹੀਂ ਦਿੱਤਾ। ਨਗਰ ਦੇ ਕਈ ਮਰੇ ਹੋਏ ਮਨੁੱਖ ਵੀ ਉਹਨਾਂ ਨੇ ਜੀਵਤ ਕਰ ਦਿੱਤੇ ਹਨ। ਇਹਨਾਂ ਦੀ ਕਰਾਮਾਤ ਸਾਰੇ ਜੱਗ ਨੇ ਪਰਖੀ ਹੈ। ਤੇਰੇ ਵਿੱਚ ਐਸਾ ਕਿਹੜਾ ਔਗਣ ਜਾਣਿਆ ਹੈ ਕਿ ਤੇਰੇ ਉੱਤੇ ਹੁਣ ਤੱਕ ਉਹਨਾਂ ਨੇ ਕਿਰਪਾ ਦ੍ਰਿਸ਼ਟੀ ਨਹੀਂ ਕੀਤੀ। ਭਾਈ ਲੰਗਾਹ ਨੇ ਇਹ ਸੁਣ ਕੇ ਕਿਹਾ, ਮੈਨੂੰ ਰੋਕੋ ਨਹੀਂ, ਸਮਾਂ ਇਸ ਥਾਂ ਹੀ ਬੀਤਦਾ ਜਾਂਦਾ ਹੈ। ਮੇਰੇ ਸਤਿਗੁਰੂ ਜੀ ਬੇਪਰਵਾਹ ਹਨ, ਜੋ ਵੀ ਚਾਹੁੰਦੇ ਹਨ ਇੱਕ ਛਿਣ ਵਿੱਚ ਕਰ ਸਕਦੇ ਹਨ। ਜਿਵੇਂ ਉਹਨਾਂ ਦੀ ਰਜ਼ਾ ਹੁੰਦੀ ਹੈ ਉਸ ਤਰ੍ਹਾਂ ਹੀ ਅਸੀਂ ਵੇਖਦੇ ਹਾਂ, ਸਦਾ ਹੀ ਬਹੁਤ ਪ੍ਰਸੰਨ ਹੋ ਕੇ ਰਹਿੰਦੇ ਹਾਂ। ਕਿਸੇ ਜੀਵ ਦਾ ਜਿਵੇਂ ਭਲਾ ਹੋ ਜਾਵੇ ਉਸ ਤਰ੍ਹਾਂ ਹੀ ਗੁਰੂ ਜੀ ਸਿੱਖਾਂ ਵਾਸਤੇ ਕਰਦੇ ਹਨ। ਇਹ ਕਹਿ ਕੇ ਮੰਗ ਕੇ ਲੱਕੜ ਦੀ ਘੋੜੀ ਲੈ ਲਈ। ਕਾਫੀ ਸਮੇਂ ਦੇ ਬਾਅਦ ਚੌਧਰੀ ਨੇ ਭਾਈ ਲੰਗਾਹ ਨੂੰ ਲੱਕੜ ਦੀ ਘੋੜੀ ਵਾਪਸ ਕੀਤੀ। ਫਿਰ ਆਪਣੀ ਲੰਗੜੀ ਲੱਤ ਲੱਕੜ ਦੀ ਘੋੜੀ ਤੇ ਰੱਖ ਕੇ ਬੜਾ ਕਾਹਲੀ ਕਾਹਲੀ ਚੱਲ ਪਿਆ। ਗੁਰੂ ਜੀ ਲੰਗਰ ਵਿੱਚ ਆਏ, ਥਾਲ ਪਰੋਸ ਕੇ ਉਹਨਾਂ ਅੱਗੇ ਰੱਖ ਦਿੱਤਾ। ਸਾਰੀ ਸੰਗਤ ਦੇ ਅੱਗੇ ਵੀ ਕਈ ਪ੍ਰਕਾਰ ਦੇ ਭੋਜਨ ਪਰੋਸਣ ਲੱਗੇ। ਉਸ ਸਮੇਂ ਸਤਿਗੁਰੂ ਜੀ ਬੈਠੇ ਰਹੇ। ਉਹਨਾਂ ਨੇ ਆਪਣੇ ਮੂੰਹ ਵਿੱਚ ਗਰਾਹੀ ਨਾ ਪਾਈ। ਸਾਰੀ ਸੰਗਤ ਨੇ ਵੀ ਗੁਰੂ ਜੀ ਵੱਲ ਵੇਖ ਕੇ ਭੋਜਨ ਆਪਣੇ ਮੂੰਹਾਂ ਵਿੱਚ ਨਾ ਪਾਇਆ। ਸੇਵਕ ਭਾਈ ਬੱਲੂ ਜੀ ਪੁੱਛਣ ਲੱਗੇ, ਹੇ ਗੁਰੂ ਜੀ, ਤੁਸੀਂ ਭੋਜਨ ਕਿਉਂ ਨਹੀਂ ਛਕਦੇ ਹੋ? ਕੀ ਗੱਲ ਹੋਈ ਹੈ? ਸੰਗਤ ਭੋਜਨ ਛਕਣ ਵਾਸਤੇ ਤਿਆਰ ਬੈਠੀ ਹੈ, ਕਿਸੇ ਨੇ ਗਰਾਹੀ ਆਪਣੇ ਮੂੰਹ ਵਿੱਚ ਨਹੀਂ ਪਾਈ। ਇਹ ਸੁਣ ਕੇ ਗੁਰੂ ਜੀ ਨੇ ਕਿਹਾ, ਤਦ ਤੱਕ ਭੋਜਨ ਨਹੀਂ ਛਕਾਂਗੇ ਜਦ ਸਿੱਖ ਪ੍ਰੇਮੀ ਭਾਵ ਭਾਈ ਲੰਗਾਹ ਇੱਥੇ ਨਹੀਂ ਪਹੁੰਚਦਾ। ਉਸ ਨੂੰ ਪਿੰਡ ਦੇ ਚੌਧਰੀ ਨੇ ਆਉਣ ਤੋਂ ਰੋਕਿਆ ਹੈ। ਮਖੌਲ ਦੇ ਸਹਿਤ ਉਹ ਲਾਂਭਾ ਸੁਣਾਉਂਦਾ ਹੈ। ਇੰਨੇ ਵਿੱਚ ਭਾਈ ਲੰਗਾਹ ਵੀ ਛੇਤੀ ਛੇਤੀ ਚੱਲ ਕੇ ਆ ਗਿਆ। ਗੁਰੂ ਜੀ ਦੇ ਅੱਗੇ ਦਹੀਂ ਧਰ ਕੇ ਸਿਰ ਨਿਵਾਇਆ। ਗੁਰੂ ਜੀ ਨੇ ਦਹੀਂ ਲੈ ਕੇ ਭੋਜਨ ਛਕਿਆ ਤੇ ਹੋਰ ਸਾਰੀ ਸੰਗਤ ਵੀ ਭੋਜਨ ਛਕ ਕੇ ਭੁੱਖ ਨੂੰ ਦੂਰ ਕਰਕੇ ਤ੍ਰਿਪਤ ਹੋ ਗਈ। ਫਿਰ ਉਹਨਾਂ ਨੇ ਪਾਣੀ ਪੀ ਕੇ ਹੱਥ ਧੋਤੇ ਅਤੇ ਭਾਈ ਲੰਗਾਹ ਦੀ ਸ਼ਰਧਾ ਪੂਰਨ ਕਰਨ ਵਾਸਤੇ ਬਚਨ ਉਚਾਰੇ, ਅੱਜ ਤੂੰ ਇੰਨੀ ਦੇਰ ਕਿਉਂ ਲਾਈ ਹੈ? ਭੋਜਨ ਸਮਾਂ ਬਤੀਤ ਹੋਣ ਤੋਂ ਬਾਅਦ ਆਇਆ ਹੈ। ਭਾਈ ਲੰਗਾਹ ਨੇ ਹੱਥ ਜੋੜ ਕੇ ਸਭ ਕੁਝ ਦੱਸਿਆ। ਪਿੰਡ ਦੇ ਚੌਧਰੀ ਨੇ ਮੇਰੇ ਨਾਲ ਮਖੌਲ ਕੀਤਾ ਹੈ। ਕਹਿੰਦਾ ਸੀ, ਜੇ ਤੂੰ ਸਮਰੱਥ ਗੁਰੂ ਜੀ ਦੀ ਸੇਵਾ ਕਮਾਈ ਹੈ ਤਾਂ ਉਹਨਾਂ ਨੇ ਤੇਰੀ ਲੰਗੜੀ ਲੱਤ ਨੂੰ ਹੁਣ ਤੱਕ ਕਿਉਂ ਨਹੀਂ ਠੀਕ ਕੀਤਾ? ਆਉਂਦਾ ਜਾਂਦਾ ਬਹੁਤ ਦੁੱਖ ਪਾਉਂਦਾ ਹੈ ਅਤੇ ਤੇਰਾ ਦੂਸਰਾ ਪੈਰ ਹਲੇ ਤੱਕ ਰਾਜ਼ੀ ਨਹੀਂ ਹੋਇਆ। ਮੇਰੀ ਲੱਕੜ ਦੀ ਘੋੜੀ ਖੋਹ ਲਈ, ਕਾਫੀ ਦੇਰ ਬਾਅਦ ਮੈਨੂੰ ਵਾਪਸ ਕੀਤੀ। ਇਸ ਤਰ੍ਹਾਂ ਮੈਨੂੰ ਆਉਣ ਵਿੱਚ ਦੇਰ ਲੱਗ ਗਈ। ਜਦ ਉਸਨੇ ਮੈਨੂੰ ਲੱਕੜ ਦੀ ਘੋੜੀ ਦੇ ਦਿੱਤੀ ਤਾਂ ਮੈਂ ਉਸੇ ਵੇਲੇ ਕਾਹਲੀ ਕਾਹਲੀ ਆ ਗਿਆ ਹਾਂ। ਇਹ ਸੁਣ ਕੇ ਗੁਰੂ ਜੀ ਨੇ ਸਭ ਨੂੰ ਸੁਣਾ ਕੇ ਕਿਹਾ, ਇਹ ਗੱਲ ਸਾਡੇ ਚਿੱਤ ਵਿੱਚ ਨਹੀਂ ਆਈ ਹੈ। ਹੁਣੇ ਹੀ ਸ਼ਾਹ ਹੁਸੈਨ ਪਾਸ ਜਾਓ, ਉਸ ਪਾਸੋਂ ਆਪਣੀ ਲੱਤ ਠੀਕ ਕਰਵਾਓ। ਜਦ ਤੂੰ ਉਸ ਨੂੰ ਪ੍ਰੇਮ ਨਾਲ ਮਿਲੇਗਾ ਤਾਂ ਤੇਰੀ ਲੱਤ ਠੀਕ ਹੋ ਜਾਏਗੀ ਤੇ ਇਸ ਵਿੱਚ ਕੋਈ ਦੇਰ ਨਹੀਂ ਲੱਗੇਗੀ। ਭਾਈ ਲੰਗਾਹ ਗੁਰੂ ਜੀ ਦੇ ਬਚਨ ਮੰਨ ਕੇ ਲਾਹੌਰ ਗਿਆ ਤੇ ਸ਼ਾਹ ਹੁਸੈਨ ਦੇ ਪਾਸ ਚਲਾ ਗਿਆ। ਸ਼ਾਹ ਹੁਸੈਨ ਦਾ ਇਸ ਤਰ੍ਹਾਂ ਦਾ ਸੁਭਾਅ ਸੀ ਕਿ ਜਿਹੜਾ ਵੀ ਉਸ ਦੇ ਪਾਸ ਜਾਂਦਾ ਸੀ ਉਸ ਨੂੰ ਡੰਡੇ ਮਾਰ ਕੇ ਭਜਾ ਦਿੰਦਾ ਸੀ। ਗੁਰੂ ਜੀ ਦੀ ਆਗਿਆ ਪਾ ਕੇ ਜਦ ਸਿੱਖ ਉਸ ਦੇ ਪਾਸ ਗਿਆ ਤਾਂ ਸ਼ਾਹ ਹੁਸੈਨ ਨੇ ਉਸ ਨੂੰ ਕੁਝ ਨਾ ਕਿਹਾ ਅਤੇ ਪੁੱਛਣ ਲੱਗਾ, ਕਿੱਥੋਂ ਆਇਆ ਹੈ? ਭਾਈ ਲੰਗਾਹ ਨੇ ਬੰਦਨਾ ਕਰਕੇ ਸਾਰੀ ਗੱਲ ਦੱਸੀ। ਹੱਥ ਜੋੜ ਕੇ ਫਿਰ ਅੱਗੇ ਬੈਠ ਗਿਆ। ਉਸ ਨੂੰ ਵੇਖ ਕੇ ਫਿਰ ਸ਼ਾਹ ਹੁਸੈਨ ਗੁੱਸੇ ਵਿੱਚ ਆ ਕੇ ਆਕੜਿਆ ਅਤੇ ਭਾਈ ਲੰਗਾਹ ਨੂੰ ਦਬਕਾ ਮਾਰ ਕੇ ਇੱਕ ਵੱਡਾ ਡੰਡਾ ਮਾਰਨ ਵਾਸਤੇ ਚੁੱਕ ਲਿਆ। ਭਾਈ ਲੰਗਾਹ ਨੇ ਜਦ ਵੇਖਿਆ ਕਿ ਡਾਂਗ ਵੱਜਣ ਲੱਗੀ ਹੈ ਤਾਂ ਉਹ ਜ਼ੋਰ ਨਾਲ ਭੱਜਣ ਲੱਗਾ। ਪਿਛਾਂਹ ਮੁੜ ਕੇ ਜਦ ਭੱਜਣ ਲੱਗਾ ਤਾਂ ਉਸੇ ਵੇਲੇ ਦੂਸਰੀ ਲੱਤ ਠੀਕ ਹੋ ਗਈ। ਬਹੁਤ ਹੈਰਾਨ ਹੋ ਕੇ ਫਿਰ ਪਿੱਛੇ ਮੁੜਿਆ ਅਤੇ ਸ਼ਾਹ ਹੁਸੈਨ ਦੇ ਅੱਗੇ ਹੋ ਕੇ ਉਸ ਦੇ ਚਰਨ ਫੜ ਲਏ ਅਤੇ ਬੇਨਤੀ ਕੀਤੀ, ਮੇਰੇ ਲੰਗੜੇ ਦੀ ਤੁਸੀਂ ਲੱਤ ਬਣਾ ਦਿੱਤੀ ਹੈ, ਇਹ ਆਪ ਦੀ ਬਹੁਤ ਵਡਿਆਈ ਹੈ। ਤਦ ਸ਼ਾਹ ਹੁਸੈਨ ਨੇ ਕਿਹਾ, ਕਰਨ ਕਰਾਉਣ ਵਾਲਾ ਕੋਈ ਹੋਰ ਹੈ। ਸ਼੍ਰੀ ਗੁਰੂ ਅਮਰਦਾਸ ਜੀ
ਸਭ ਤਰ੍ਹਾਂ ਮਾਲਕ ਹਨ, ਸਭ ਕੁਝ ਆਪ ਕਰਦੇ ਹਨ ਤੇ ਬਦਨਾਮੀ ਸਾਨੂੰ ਦਿੰਦੇ ਹਨ। ਹੁਣ ਜਾਓ ਤੇ ਉਹਨਾਂ ਦੀ ਸ਼ਰਨ ਵਿੱਚ ਰਹੋ ਅਤੇ ਸਾਡੇ ਵੱਲੋਂ ਉਹਨਾਂ ਨੂੰ ਚਰਨੀ ਪਾਉਣਾ ਕਹੋ। ਸਤਿਗੁਰੂ ਉੱਤੇ ਹੀ ਭਰੋਸਾ ਧਾਰਨ ਕਰੋ। ਸਾਡੇ ਵਰਗੇ ਅਨੇਕਾਂ ਹੀ ਉਹਨਾਂ ਦੇ ਦੋਸ਼ ਰਹਿਤ ਦਾਸ ਹਨ। ਗੁਰੂ ਜੀ ਦੇ ਚਰਿੱਤਰ ਨੂੰ ਵੇਖ ਕੇ ਸਭ ਹੈਰਾਨ ਰਹਿ ਗਏ। ਅਚਰਜ ਗਤੀ ਕੁਝ ਜਾਣੀ ਨਹੀਂ ਜਾ ਸਕਦੀ। ਜਦ ਭਾਈ ਲੰਗਾਹ ਖੱਤਰੀ ਚੱਲ ਕੇ ਗੁਰੂ ਜੀ ਦੇ ਪਾਸ ਆਇਆ ਤਾਂ ਕਿਰਪਾ ਦੇ ਘਰ ਗੁਰੂ ਅਮਰਦਾਸ ਜੀ, ਜਿਹੜੇ ਆਪਣੇ ਸੇਵਕਾਂ ਨੂੰ ਉਹਨਾਂ ਦੀ ਸੇਵਾ ਦਾ ਫਲ ਦਿੰਦੇ ਸਨ ਅਤੇ ਸਿੱਖਾਂ ਦੇ ਪਿਆਰੇ ਆਪਣੇ ਸਿੱਖਾਂ ਨੂੰ ਆਤਮ ਗਿਆਨ ਦੀ ਬਖਸ਼ਿਸ਼ ਕਰਦੇ ਸਨ, ਭਾਈ ਲੰਗਾਹ ਵੱਲ ਵੇਖ ਕੇ ਮੁਸਕਰਾਏ। ਜਿੱਥੇ ਕਿੱਥੇ ਉਹਨਾਂ ਦੀ ਪੂਰਨ ਕੀਰਤੀ ਹੋਈ, ਪੀਰ ਫਕੀਰ ਤੇ ਹੋਰ ਸਭ ਲੋਕ ਵੇਖ ਰਹੇ ਸਨ। ਸ਼ੁਭ ਮਤ ਵਾਲੇ ਸੰਤ, ਸਾਧ, ਵੈਰਾਗੀ ਅਤੇ ਜਤੀ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੇ ਸਨ। ਜਿਹੜੇ ਗੁਰੂ ਜੀ ਦੇ ਬਚਨ ਦ੍ਰਿੜ ਕਰਕੇ ਮੰਨਦੇ ਹਨ, ਉਹ ਸਤਿਗੁਰੂ ਜੀ ਦੇ ਪਿਆਰੇ ਸਿੱਖ ਹਨ। ਗੁਰੂ ਜੀ ਦੇ ਸਰੂਪ ਨੂੰ ਹਿਰਦੇ ਵਿੱਚ ਧਾਰ ਕੇ ਗੁਰਬਾਣੀ ਨੂੰ ਆਪਣੇ ਹਿਰਦੇ ਵਿੱਚ ਵਿਚਾਰਦੇ ਹਨ। ਮਨ ਨੂੰ ਦ੍ਰਿੜ ਕਰਕੇ, ਸੁਰਤ ਨੂੰ ਟਿਕਾ ਕੇ ਅਤੇ ਸਵੇਰ ਹੁੰਦਿਆਂ ਹੀ ਨਾਮ ਦਾ ਜਾਪ ਕਰਦੇ ਹਨ। ਧਰਮ ਦੀ ਕਿਰਤ ਕਰਕੇ ਸੰਤਾਂ ਦੀ ਸੇਵਾ ਕਰਦੇ ਹਨ। ਪਰਾਈ ਇਸਤਰੀ ਤੇ ਪਰਾਇਆ ਧਨ ਕਦੀ ਵੀ ਨਹੀਂ ਲੈਂਦੇ। ਨਿੰਦਿਆ, ਝੂਠ ਅਤੇ ਕਠੋਰ ਸ਼ਬਦ ਕਦੇ ਵੀ ਨਹੀਂ ਬੋਲਦੇ। ਪਰਾਏ ਦੁੱਖ ਨੂੰ ਵੇਖ ਕੇ ਦੁੱਖ ਅਤੇ ਪਰਾਏ ਸੁੱਖ ਨੂੰ ਵੇਖ ਕੇ ਸੁਖੀ ਹੁੰਦੇ ਹਨ। ਵਾਹਿਗੁਰੂ ਦੇ ਭਾਣੇ ਨੂੰ ਮੰਨਦੇ ਹਨ ਅਤੇ ਪ੍ਰਭੂ ਵਿੱਚ ਕਦੇ ਦੋਸ਼ ਨਹੀਂ ਕੱਢਦੇ। ਐਸੇ ਸਿੱਖਾਂ ਦਾ ਗੁਰੂ ਜੀ ਕਲਿਆਣ ਕਰ ਦਿੰਦੇ ਹਨ। ਗੁਰੂ ਜੀ ਦੀ ਸਿੱਖਿਆ ਸਿੱਖਾਂ ਨੂੰ ਸੁਖ ਦਿੰਦੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।